हाँ जी, गुड मॉर्निंग जी, सत श्री अकाल साਰਿਆਂ ਨੂੰ। ਸੋ ਅੱਜ ਸਵੇਰ ਦੇ 8:30 ਹੋ ਗਏ ਆ ਤੇ ਆਜੋ ਮੈਂ ਤੁਹਾਨੂੰ ਮੇਰੇ ਕੰਮ ਤੇ ਲੈ ਕੇ ਚੱਲਾਂ। ਰੱਖਾਂਗੇ ਚਾਬੀ। ਸੋ ਬਾਹਰ ਹਲਕੀ ਹਲਕੀ ਸਨੋ ਪੈ ਰਹੀ ਆ, ਮੌਸਮ ਠੰਡਾ। ਪਹਿਲਾਂ ਆਪਾਂ ਗੱਡੀ ਗਰਮ ਕਰਾਂਗੇ। गरम करिए फिलहाल। Defroster ਤੇ defogger on, AC on, heated seats on। ਤਿੰਨ ਤੇ ਓਕੇ। ਸੋ ਹੁਣ ਆਪਾਂ ਜਾਣ ਲੱਗੇ ਕੰਮ ਤੇ। ਕੰਮ ਵੈਸੇ ਮੇਰਾ ਇੱਥੋਂ ਪੈ ਜਾਂਦਾ 30 ਕਿਲੋਮੀਟਰ ਇੱਕ ਸਾਈਡ ਦਾ। ਲੱਗ ਜਾਂਦੇ ਆ ਆਲਮੋਸਟ ਅੱਧਾ ਘੰਟਾ ਲੱਗ ਜਾਂਦਾ ਜਾਣ ਤੇ। ਬਾਕੀ ਡਿਪੈਂਡ ਕਰਦਾ ਟ੍ਰੈਫਿਕ ਤੇ। ਕਈ ਵਾਰ 25 ਮਿੰਟ ਲੱਗਦੇ, ਕਈ ਵਾਰ 40 ਮਿੰਟ ਵੀ ਲੱਗ ਜਾਂਦੇ ਆ। ਮੂਰੇ ਵਿੰਡਸ਼ੀਲ ਤੇ ਆਈਸ ਜੰਮੀ ਵੀ ਆ। ਇਹ ਹੌਲੀ ਹੌਲੀ ਮੈਲਟ ਹੋਊਗੀ ਹੁਣ, ਜਿਵੇਂ ਜਿਵੇਂ ਗੱਡੀ ਗਰਮ ਹੋਈ ਜਾਊਗੀ। ਫਿਰ ਆਪਾਂ ਚੱਲਾਂਗੇ। ਚੱਲਣ ਲੱਗੇ ਆ। ਬਾਹਰਲਾ ਜਿਹੜਾ ਟੈਂਪਰੇਚਰ ਆ ਉਹ ਹੈਗਾ -12 ਨੋਰਮਲ, ਪਰ ਵਿੰਡ ਚਿਲ ਕਰਕੇ ਉਹ ਦੱਸਦਾ ਅੱਜ -19। ਸੋ ਹੈਗੀ ਕਾਫੀ ਫਰੀਜ਼ਿੰਗ ਆ, ਜ਼ਿਆਦਾ ਠੰਡਾ ਬਾਹਰ। ਹੁਣ ਕੰਮ ਤੇ ਜਾਣ ਲੱਗੇ ਵੈਸੇ ਮੈਂ ਮੋਸਟਲੀ ਨਾ ਕਿ ਹਾਈਵੇ ਤੋਂ ਹੀ ਜਾਂਦਾ ਹੁੰਦਾ। ਅਗਰ ਸ਼ਹਿਰ ਦੇ ਵਿੱਚ ਦੀ ਜਾਈਏ ਤਾਂ ਟਾਈਮ ਬਹੁਤ ਲੱਗ ਜਾਂਦਾ। ਸ਼ਹਿਰ ਦੇ ਵਿੱਚ ਦੀ ਜਾਣ ਨੂੰ ਆਲਮੋਸਟ ਲੱਗ ਜਾਂਦਾ 45 ਮਿੰਟ ਲੱਗ ਜਾਂਦੇ ਆ ਵਿਦਆਊਟ ਐਨੀ ਟ੍ਰੈਫਿਕ, ਹੈ ਨਾ। ਜੇ ਟ੍ਰੈਫਿਕ ਹੋਵੇ ਫਿਰ ਤਾਂ ਘੰਟੇ ਤੋਂ ਉੱਪਰ ਲੱਗਦਾ। ਸੋ ਹਾਈਵੇ ਮੈਨੂੰ ਜਲਦੀ ਪਹੁੰਚਾ ਦਿੰਦਾ, ਪਰ ਥੋੜ੍ਹੇ ਜਿਹੇ ਕਿਲੋਮੀਟਰ ਜ਼ਿਆਦਾ ਪੈ ਜਾਂਦੇ ਆ। ਬਾਹਲੇ ਵੀ ਨਹੀਂ, 4 ਕਿਲੋਮੀਟਰ ਜ਼ਿਆਦਾ ਪੈਂਦਾ ਹਾਈਵੇ 'ਤੇ, ਪਰ ਟਾਈਮ ਘੱਟ ਲੱਗਦਾ। ਆਹ ਸੜਕ ਸਿੱਧੀ ਹੁਣ ਹਾਈਵੇ 'ਤੇ ਮੈਨੂੰ ਲੈ ਜੂਗੀ। ਆਪਾਂ 100 ਦੀ ਸਪੀਡ ਤੇ ਹਾਈਵੇ ਤੇ ਪਾ ਦੇਣੀ ਆ, ਜਾਂ 110 ਤੇ ਫਿਊਜ਼ ਲਾ ਕੇ। ਆਪਾਂ ਲੈਣੀ ਹੈ ਸਟੋਨੀ ਵੈਸਟ। ਇੱਥੋਂ ਮੁੜ ਜਾਣਾ ਸਟੋਨੀ ਵੈਸਟ ਤੇ ਮੁੜ ਗਏ ਆਪਾਂ। ਜਿੱਥੇ ਹੁਣ ਆਪਾਂ ਰੋਡ ਤੇ ਜਾ ਰਹੇ ਹਾਂ ਇਹਨੂੰ ਕਹਿੰਦੇ ਆ ਰਿੰਗ ਰੋਡ। ਪੂਰੀ ਕੈਲਗਰੀ ਦੇ ਉੱਪਰ ਦੀ ਘੁੰਮ ਕੇ ਆਉਂਦਾ। ਹੁਣ ਮੈਂ ਇੱਧਰ ਚੱਲਿਆ ਹਾਈਵੇ ਵੱਲ ਨੂੰ, ਜਿੱਥੇ ਆਪਾਂ ਜਾਣਾ ਮੇਨ ਹਾਈਵੇ ਜਾਂ ਸਿੱਧਾ ਮੇਰੇ ਕੰਮ ਤੇ ਜਾਂਦਾ, ਆਲਮੋਸਟ ਸਿੱਧਾ। ਆ ਜਿਹੜਾ ਬ੍ਰਿਜ ਆਉਂਦਾ ਨਾ, ਇਹਦੇ ਥੱਲੇ ਪੁਲਿਸ ਵਾਲਾ ਖੜਾ ਹੁੰਦਾ ਕਈ ਵਾਰ। ਟਿਕਟਾਂ ਨੂੰ ਜਿਹੜਾ ਕੋਈ ਸਪੀਡ ਕਰਦਾ ਫੜਿਆ ਜਾਂਦਾ, ਫਿਰ ਉਹਨੂੰ ਟੋਕ ਕੇ ਟਿਕਟ ਮਿਲਦੀ ਆ। ਆਪਾਂ ਹੁਣ ਇਹ ਹੈ ਜੀ ਹਾਈਵੇ 'ਤੇ ਜਾਂਦੀ ਹੈ ਰੋਡ ਹੁਣ ਸਿੱਧੀ। ਜਿਹੜੇ ਹਾਈਵੇ 'ਤੇ ਚੜ੍ਹਨਾ ਉਹਦਾ ਨਾਂ ਹੈਗਾ ਡੀਅਰਫੁੱਟ। ਤਾਂ ਬੇਸਿਕਲੀ ਡੀਅਰਫੁੱਟ ਸਿੱਧੀ ਨੌਰਥ ਤੋਂ ਲੈ ਕੇ ਸਾਊਥ ਤੱਕ ਜਾਂਦੀ ਆ, ਉੱਤਰ ਤੋਂ ਲੈ ਕੇ ਦੱਖਣ ਤੱਕ। ਸੋ ਆਪਾਂ ਡੀਅਰਫੁੱਟ ਦੱਖਣ ਨੂੰ ਜਾ ਰਹੇ ਹਾਂ, ਯਾਨੀ ਕਿ ਸਾਊਥ ਵੱਲ। ਇੱਥੇ ਮਰਜ ਕਰਦੇ ਕਰਦੇ ਹੀ ਆਪਾਂ ਨੂੰ ਗੱਡੀ 100 ਤੇ ਲੈ ਜਾਣੀ ਪੈਂਦੀ ਆ। ਹਾਈਵੇ ਤੇ ਮਰਜ ਹੋ ਗਿਆ ਮੈਂ। ਟ੍ਰੈਫਿਕ ਵੀ ਹੈਗਾ, ਪਰ ਗੱਡੀਆਂ ਸਾਰੀਆਂ ਸਪੀਡਾਂ ਤੇ ਜਾ ਰਹੀਆਂ, 120 ਤੇ ਜਾਂਦੀਆਂ। ਸੋ ਆਪਾਂ ਵੀ 120 ਤੇ
ਲੱਗ ਗਏ ਨੇ ਮੈਨੂੰ 15 ਕੁ ਮਿੰਟ ਹੋਰ ਲੱਗਣੇ ਜਾਣ ਤੇ ਮੈਕ ਜਾਂ 20 ਮਿੰਟ ਵੱਧ ਤੋਂ ਵੱਧ ਬਸ ਜਿਸ ਹਿਸਾਬ ਨਾਲ ਟ੍ਰੈਫਿਕ ਆ 35 ਕੁ ਮਿੰਟ ਲੱਗਣੇ ਇੱਥੇ ਪਹੁੰਚਣ ਦੇ ਕੰਮ ਤੇ। ਲਓ ਜੀ ਥੋੜਾ ਜਿਹਾ ਟਾਈਮ ਤਾਂ ਲੱਗ ਗਿਆ ਮੈਨੂੰ ਅੱਜ ਆਉਣ ਤੇ, ਕਿਤੇ ਕੰਸਟਰਕਸ਼ਨ ਦਾ ਕੰਮ ਚੱਲਦਾ ਸੀਗਾ, ਲਾਈਨਾਂ ਬੰਦ ਸੀਗੀਆਂ, ਸੋ ਅੱਜ ਮੈਨੂੰ 45 ਕੁ ਮਿੰਟ ਲੱਗੇ ਆਉਣ ਤੇ। ਹੁਣ ਨੇਬਰਹੁੱਡ ਦੇ ਵਿੱਚ ਡਰਾਈਵ ਕਰਦੇ ਹਾਂ ਕੰਮ ਦੇ। ਸੋ ਦਿਸ ਇਜ਼ ਦ ਨੇਬਰਹੁੱਡ, ਇੱਧਰ ਵੀ ਸਟੈਨਲੇ ਪਾਰਕ ਆ ਡਾਊਨ ਹਿਲ ਜਾ ਕੇ। ਘਰ ਬਹੁਤ ਵਧੀਆ ਵਧੀਆ ਬਣੇ ਤੇ ਬਹੁਤ ਮਹਿੰਗੇ ਮਹਿੰਗੇ ਨੇ। ਲੁੱਕ ਐਟ ਦਿਸ ਵਿੰਡੋ ਹਾਊਸ ਸੀ। ਸੁਣੋ ਉਹਦੇ ਢੇਰ ਲਾਏ ਵੇ ਸਾਈਡਾਂ ਤੇ। ਸੌਰੀ ਫੋਨ ਹਿੱਲੀ ਜਾਂਦਾ ਇੱਕ ਹੱਥ ਨਾਲ ਫੜਿਆ ਵਾ ਨਾ। ਵੈਸੇ ਤਾਂ ਮੈਂ ਵੀਡੀਓ ਬਣਾ ਨਹੀਂ ਸਕਦਾ ਪਰ ਨੇਬਰਹੁੱਡ ਤਾਂ ਕਰਕੇ ਬਣਾ ਦਿੱਤਾ, ਇੱਥੇ ਕੋਈ ਪੁਲਿਸ ਵਾਲਾ ਨਹੀਂ ਹੁੰਦਾ। ਇੱਥੇ ਵੈਸੇ ਸਟਰੀਟ ਪਾਰਕਿੰਗ ਆ, ਉਹ ਕਾਰਨਰ ਤੇ ਸਾਹਮਣੇ ਮੇਰਾ ਕੰਮ ਆ, ਉਹਦੀ ਬਿਲਡਿੰਗ ਆ, ਸੋ ਆਪਾਂ ਸਟਰੀਟ ਪਾਰਕਿੰਗ ਲਾਵਾਂਗੇ ਇੱਥੇ ਕਿਤੇ। ਬਈ ਇੱਥੇ ਲਾ ਦਿੰਦੇ ਸਟਰੀਟ ਪਾਰਕਿੰਗ ਇੱਥੇ। ਇੱਥੇ ਪਤਾ ਲੱਗਦਾ ਗੱਡੀ ਬੈਕ ਕਰ ਦਿੰਦਾ, ਕੈਮਰਾ ਸਾਫ਼ ਕਰਨ ਨਾਲ। ਵੈਸੇ ਜੀ ਚੱਲੇ ਕੰਮ ਦੇ। ਉਸੇ ਸਲਿੱਪਰੀ ਬਹੁਤ ਆ, ਜੰਮੀ ਪਈ ਆ ਦੇਖੋ। ਸੋ ਬੇਸਿਕਲੀ ਇੱਧਰਲੀ ਸਾਈਡ ਸਾਡੀ ਯੂਜ਼ ਸਾਈਡ ਆ, ਇਹ ਤਾਂ ਸਾਰੀਆਂ ਪੁਰਾਣੀਆਂ ਗੱਡੀਆਂ ਖੜੀਆਂ ਨੇ। ਸੋ ਬਸ ਪਹੁੰਚ ਗਏ ਕੰਮ ਤੇ। ਇਹ ਬਿਲਡਿੰਗ ਆ ਸਾਡੀ, ਇੱਕ ਸਾਈਡ ਤੋਂ ਹੀ ਆ ਵੈਸੇ ਤਾਂ। ਜੀ ਹੁਣ ਇੱਥੇ ਪਹੁੰਚ ਗਏ ਆ ਕੰਮ ਤੇ, ਸੈਟਲ ਜੇ ਹੋ ਗਏ ਆ। ਚਲੋ ਅੱਜ ਤੁਹਾਨੂੰ ਗੱਡੀ ਦਿਖਾਉਂਦੇ ਆ ਵੀ ਗੱਡੀ ਇੱਧਰ ਕਿਵੇਂ ਫੰਕਸ਼ਨ ਕਿਹੜੇ ਕਿਹੜੇ ਹੁੰਦੇ ਗੱਡੀਆਂ ਦੇ ਵਿੱਚ, ਸਾਰੇ ਤੁਹਾਨੂੰ ਦਿਖਾਉਂਦੇ ਆ। ਚੱਲੀਏ। ਸੋ ਗੱਡੀ ਦੀ ਚਾਬੀ ਆਪਾਂ ਲੈ ਲਈ ਆ। ਅਪਰੋਕਸੀਮਲੀ ਕੀ ਆ, ਚਾਬੀ ਇਹਦੀ ਇੱਦਾਂ ਦੀ ਲੱਗਦੀ ਆ, ਬੈਟਰੀ ਪੈਂਦੀ ਆ, ਹੈਗਾ ਟਰੰਕ ਓਪਨਰ, ਅਨਲੌਕ ਵਾਲਾ ਤੇ ਲੌਕ ਵਾਲਾ। ਤੇ ਸੋ ਓਕੇ ਜੀ। ਸੋ ਇਹ ਜਿਹੜੀ ਗੱਡੀ ਹੈਗੀ ਆ ਇਹ 2021 ਮਾਡਲ ਦੀ ਗੱਡੀ ਆ, ਸੁਬਰੂ ਆਊਟਬੈਕ। ਸੋ ਸੁਬਰੂ ਦੀ ਗੱਡੀਆਂ ਸਾਰੀਆਂ ਹੀ ਆਲ ਵੀਲ ਡਰਾਈਵ ਆਉਂਦੀਆਂ, ਕੋਈ ਫਰੰਟ ਵੀਲ ਨਹੀਂ ਆਉਂਦੀ। ਸੋ ਇਹ ਗੱਡੀ ਹੈ ਜਿਹੜੀ ਇਹ ਲਿਮਿਟਡ ਐਡੀਸ਼ਨ ਆ। ਸੋ ਇਹਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਵੀ ਫੀਚਰ ਹੈ ਕਿਹੜੇ ਕਿਹੜੇ ਗੱਡੀ ਦੇ ਵਿੱਚ। ਸੋ ਚਲੋ ਪਹਿਲਾਂ ਤਾਂ ਆਪਾਂ ਸਟਾਰਟ ਕਰਦੇ ਹਾਂ ਡਰਾਈਵਰ ਸਾਈਡ ਡੋਰ। ਸੋ ਡਰਾਈਵਰ ਸਾਈਡ ਡੋਰ ਤੇ ਸੋ ਬੇਸਿਕਲੀ ਸਾਰੀਆਂ ਵਿੰਡੋਜ਼ ਜਿਵੇਂ ਕਿ ਤੁਸੀਂ ਦੇਖਦੇ ਹੋ, ਵਿੰਡੋ ਵਗੈਰਾ ਪਾਵਰ ਲੌਕ ਪਾਵਰ ਵਿੰਡੋ ਨੇ, ਹੈ ਨਾ, ਲੌਕ ਵੀ ਪਾਵਰ ਨੇ, ਮਿਰਰ ਇਹ ਵੀ ਪਾਵਰ ਐਡਜਸਟੇਬਲ ਆ। ਬਾਹਰਲਾ ਜੇ ਐਡਜਸਟ ਕਰਨਾ ਤਾਂ ਇੱਦਾਂ ਐਡਜਸਟ ਹੋ ਜਾਂਦਾ ਇਹ। ਅਤੇ ਆਹ ਵੀ ਚੀਜ਼ ਕਾਫੀ ਬਹੁਤ ਵਧੀਆ ਬਣਾਈ ਇਹਨਾਂ ਨੇ, ਲਗਜ਼ੂਰੀਅਸ ਗਲੋਸੀ ਬਲੈਕ ਮਟੀਰੀਅਲ ਲੱਗਿਆ ਸਾਰਾ।
ਤੇ ਆ ਜਿਹੜੇ ਦੋ ਫੰਕਸ਼ਨ ਨੇ ਨਾ ਆਹ ਵਾਲੇ, ਇਹ ਹੈਗੇ ਮੈਮਰੀ ਫੰਕਸ਼ਨ ਦੋ ਡਰਾਈਵਰਾਂ ਦੇ ਲਈ। ਜਿਵੇਂ ਕਈ ਫੈਮਿਲੀ ਦੇ ਵਿੱਚ ਡਰਾਈਵਰ ਕਿਸੇ ਦੀ ਹਾਈਟ ਲੰਬੀ ਹੁੰਦੀ ਹੈ, ਛੋਟੀ ਹੁੰਦੀ ਆ, ਸੋ ਡਰਾਈਵਰ 1 ਤੇ ਡਰਾਈਵਰ 2 ਉਹਦੇ ਨਾਲ ਕੀ ਆ ਸੀਟ ਦੀ ਜਿਹੜੀ ਪੋਜੀਸ਼ਨ ਆ ਉਹ ਸੈੱਟ ਹੋ ਜਾਂਦੀ ਆ। ਸੋ ਫਿਰ ਅੱਗੇ ਆਪਾਂ ਇੱਥੇ ਡਾਊਨ ਹੀਅਰ ਗੱਲ ਕਰਦੇ ਹਾਂ। ਸੋ ਜਿਹੜਾ ਪਹਿਲਾ ਬਟਨ ਆ ਵਾਲਾ ਇਹ ਹੈਗਾ ਟਰੰਕ ਓਪਨਰ, ਹੈਚ ਖੁੱਲ੍ਹ ਜਾਂਦੀ ਆ। ਇੰਟੀਰੀਅਰ ਦੀਆਂ ਲਾਈਟਾਂ ਗੁੜੀਆਂ ਜਾਂ ਤੇਜ਼ ਕਰਨ ਨੂੰ, ਤੇ ਆ ਹੈਗਾ ਟਰੰਕ ਦੀ ਜਿਹੜੀ ਹਾਈਟ ਐਡਜਸਟ ਕਰਨ ਦੀ। ਸੋ ਆਪਾਂ ਡੈਸ਼ ਤੇ ਜਾਈਏ, RPM, ਗੈਸ ਗੇਜ ਤੇ ਸਪੀਡੋਮੀਟਰ, ਡਿਜੀਟਲ ਸਪੀਡੋਮੀਟਰ ਵੀ ਇਹਦਾ ਹੈਗਾ, ਦੇਖੋ ਡਿਜੀਟਲ। ਸਟੀਅਰਿੰਗ ਵੀਲ ਤੇ ਨਿਗਾਹ ਮਾਰੀਏ ਤਾਂ ਤੁਹਾਨੂੰ ਇੱਕ ਸਾਈਡ ਤੇ ਇਹਦੇ ਮਿਲਦੇ ਆ ਸਾਰੇ ਮੀਡੀਆ ਕੰਟਰੋਲ, ਵੋਲੀਅਮ ਹੋ ਗਿਆ ਹੈ ਨਾ, ਵੌਇਸ ਕਮਾਂਡ ਹੋ ਗਈ, ਸੋਰਸ ਆਪਣਾ AM FM, ਬਲੂਟੂਥ CD ਪਲੇਅਰ ਜਾਂ ਕੁਛ ਵੀ ਹੈ ਨਾ, ਐਪਲ ਕਾਰਪਲੇ, ਕਾਲ ਐਂਸਰ, ਕਾਲ ਹੈਂਗ ਅਪ। ਸੋ ਆਹ ਜਿਹੜੇ ਦੋ ਬਟਨ ਨੇ, ਇਹ ਜੀ ਸਕਰੀਨ ਆਪਾਂ ਇੱਥੇ ਚੇਂਜ ਕਰ ਸਕਦੇ ਹਾਂ ਡਿਫਰੈਂਟ। ਉਹ ਦੇਖੋ ਟਾਪ ਤੇ ਹਿਲ ਰਹੀ ਹੈ ਨਾ, ਸੋ ਕੰਪਸ ਵੀ ਦੇਖ ਸਕਦੇ ਹਾਂ। ਸੋ ਸੁਬਰੂ ਲੋਗੋ ਆ ਜਿਹੜਾ ਇਹ ਹਾਰਨ ਹੈ। ਸੋ ਰਾਈਟ ਸਾਈਡ ਤੇ ਤੁਸੀਂ ਦੇਖਦੇ ਹੋ ਵੀ ਕਰੂਜ਼ ਕੰਟਰੋਲ ਆ। ਇਹ ਰੈਗੂਲਰ ਕਰੂਜ਼ ਕੰਟਰੋਲ ਨਹੀਂਗਾ, ਅਡਾਪਟਿਵ ਕਰੂਜ਼ ਕੰਟਰੋਲ ਆ। ਸੋ ਅਡਾਪਟਿਵ ਕਰੂਜ਼ ਕੰਟਰੋਲ ਮਤਲਬ ਇੱਦਾਂ ਹੁੰਦਾ ਵੀ ਗੱਡੀ ਕੰਟਰੋਲ ਕਰਦੀ ਹੈ ਤੁਹਾਡੀ ਡਰਾਈਵਿੰਗ ਕੰਡੀਸ਼ਨ ਨੂੰ, ਆਪਣਾ ਬ੍ਰੇਕਾਂ ਲਾਉਂਦੀ ਹੈ, ਹੌਲੀ ਹੁੰਦੀ ਹੈ, ਆਪਣੇ ਆਪ ਲੇਨ ਦੇ ਵਿੱਚ ਰਹਿੰਦੀ ਕਹਿਣ ਤੋਂ ਭਾਵ। ਸੋ ਲੇਨ 'ਚ ਕਿਵੇਂ ਰਹਿੰਦੀ ਆ ਜਿਹੜੇ ਲੱਗੇ ਨਾ ਕਾਰ ਤੇ ਦੋ ਲਾਈਨਾਂ ਵਿਚਾਲੇ, ਇਹ 'ਚ ਕੈਮਰੇ ਲੱਗਿਆ। ਸੋ ਜਿਹੜੇ ਲਾਈਨਾਂ ਨੂੰ ਦੇਖਦੇ ਰਹਿੰਦੇ ਆ, ਸੋ ਲਾਈਨਾਂ ਦੇ ਫਿਰ ਵਿੱਚ ਗੱਡੀ ਰਹਿੰਦੀ ਆ। ਜੇ ਲਾਈਨਾਂ ਨਹੀਂ ਹੈਗੀਆਂ ਤਾਂ ਇਹਨੇ ਕੰਮ ਨਹੀਂ ਕਰਨਾ। ਸੋ ਹੁਣ ਆਪਾਂ ਅੱਗੇ ਚੱਲਦੇ ਹਾਂ ਸਕਰੀਨ ਤੇ। ਸੋ ਬੇਸਿਕਲੀ ਸਕਰੀਨ ਦਾ ਸਾਈਜ਼ ਆ ਜਿਹੜਾ 11.5 ਇੰਚ ਦੀ ਸਕਰੀਨ ਆ। ਸੋ ਸਕਰੀਨ ਪੂਰੀ ਫੁੱਲ ਟੱਚ ਆ ਹੋਮ ਬਟਨ। ਸੋ ਨੈਵੀਗੇਸ਼ਨ ਸਿਸਟਮ ਵੀ ਇਹਦੇ ਵਿੱਚ ਬਿਲਟ ਇਨ ਹੀ ਹੈਗਾ। ਸੋ ਇਹ 'ਚ 3D ਵੀ ਹੈਗਾ, ਰੈਗੂਲਰ ਮੋਡ ਵੀ ਹੈਗਾ ਨੈਵੀਗੇਸ਼ਨ ਦਾ, ਤੇ ਸਿੰਪਲ ਮੋਡ ਵੀ ਹੈਗਾ। ਸੋ ਜ਼ੂਮ ਆਊਟ ਜ਼ੂਮ ਇਨ ਵੀ ਹੋ ਜਾਂਦਾ ਇਹਦੇ ਵਿੱਚ। ਹਾਲੇ ਐਕਚੁਅਲੀ ਗੱਡੀ ਠੰਡੀ ਆ ਸਕਰੀਨ ਆ। ਸੋ ਗੋ ਬੈਕ, ਰੇਡੀਓ, ਰੇਡੀਓ FM AM XM ਵੀ ਹੈਗਾ, ਮੀਡੀਆ CD ਪਲੇਅਰ, ਬਲੂਟੂਥ ਇੱਥੇ ਆ ਜਾਂਦੀ ਆ, ਫੋਨ ਕਨੈਕਸ਼ਨ ਵੀ ਹੈਗਾ, ਤੇ ਉਸ ਤੋਂ ਇਲਾਵਾ ਐਪਸ ਵੀ ਹੈਗੀਆਂ ਨੇ ਇਹਦੇ ਵਿੱਚ। ਬੇਸਿਕਲੀ ਐਂਡਰੋਇਡ ਆਟੋ ਤੇ ਐਪਲ ਕਾਰਪਲੇ ਇਹ ਵੀ ਇਹ 'ਚ ਹੈਗੀ ਇਕਵਿਪਡ। ਮਾਈ ਸੁਬਰੂ ਐਪ ਦੇ ਵਿੱਚ ਕੀ ਹੈ, ਤੁਸੀਂ ਗੱਡੀ ਆਪਣੇ ਫੋਨ ਤੋਂ ਸਟਾਰਟ ਕਰ ਸਕਦੇ ਹੋ। ਤੇ ਇਹਦੇ ਨਾਲ ਹੀ ਫਿਰ ਹੈਗਾ ਆਹ ਲਈ ਹੈਗੀ ਆ ਫਰੰਟ ਡੀਫਰੋਸਟਰ, ਆ ਟੈਂਪਰੇਚਰ ਵਧਾਉਣ ਘਟਾਉਣ ਵਾਲਾ। ਇੱਥੇ ਜਿਵੇਂ ਤੁਸੀਂ ਦੇਖਦੇ ਹੋ ਟੈਂਪਰੇਚਰ ਵੱਧ ਰਿਹਾ, ਗਰਮੀ ਕਰਨ ਲਈ ਕਾਰ ਦੇ ਵਿੱਚ, ਆ ਕੂਲ ਕਰਨ ਲਈ। ਤੇ ਇਹਦੇ ਵਿੱਚ ਐਕਚੁਅਲੀ ਹੀਟਡ ਸੀਟਾਂ ਵੀ ਹੈਗੀਆਂ ਨੇ। ਆਲਾ ਬਟਨ ਹੀਟਡ ਸੀਟ ਦਾ, ਜੇ ਟੱਚ ਕਰਦੇ ਆ ਤਾਂ ਇੱਥੇ ਆਪਸ਼ਨ ਹੁੰਦੀ ਹੈ ਸੀਟ ਦੀ। ਇੱਥੋਂ ਕਰਦੇ ਹਾਂ ਆਪਾਂ ਹਾਈ ਆ ਇਹ ਪੂਰੀ, ਮੀਡੀਅਮ ਹਾਟ ਤੇ ਲੋ ਹਾਟ, ਜਾਣੀ ਕਿ ਸੀਟ ਗਰਮ ਕਰਨ ਲਈ। ਠੰਡ ਦੇ ਵਿੱਚ ਇੱਥੇ ਸੀਟਾਂ ਕਾਫੀ ਠੰਡੀਆਂ ਹੋ ਜਾਂਦੀਆਂ, ਸੋ ਇਹ ਫੰਕਸ਼ਨ ਹੋਣਾ ਜ਼ਰੂਰੀ ਹੈ। ਦੋਨੋਂ ਪਾਸੇ ਆ ਇਹ, ਇੱਧਰ ਵੀ ਹੈ ਪੈਸੇਂਜਰ ਸਾਈਡ ਵੀ ਹੈ ਤੇ ਪਿੱਛੇ ਵੀ ਹੈਗੀ ਆ, ਦਿਖਾਵਾਂਗੇ ਤੁਹਾਨੂੰ ਬਾਅਦ ਚੋਂ। ਤੇ ਇਸ ਤੋਂ ਇਲਾਵਾ ਕਾਰ ਦੇ ਫੰਕਸ਼ਨ ਇਹਦੇ ਵਿੱਚ ਹੈ ਕਿਹੜੇ ਕਿਹੜੇ, ਵਹੀਕਲ ਕੰਟਰੋਲ, ਡਾਇਨਾਮਿਕ ਕੰਟਰੋਲ, ਸਟੈਬਿਲਿਟੀ ਕੰਟਰੋਲ ਆ ਗਿਆ, X ਮੋਡ ਆ ਜਿਹੜਾ ਇਹ ਆਫ ਰੋਡ ਕੰਡੀਸ਼ਨ ਦਾ ਮੋਡ ਆ ਗਿਆ, ਕਰੂਜ਼ ਕੰਟਰੋਲ, ਆਟੋ ਵਹੀਕਲ ਹੋਲਡ, ਸਟੀਅਰਿੰਗ ਰਿਸਪੌਂਸਿਵ ਹੈਡਲਾਈਟਸ, ਆਟੋ ਸਟਾਰਟ ਸਟਾਪ। ਸੋ ਬੇਸਿਕਲੀ ਆਟੋ ਸਟਾਰਟ ਸਟਾਪ ਕੀ ਹੈ, ਇਹ ਇੰਜਨ ਗੱਡੀ ਦਾ ਬੰਦ ਹੋ ਜਾਂਦਾ ਜੇ ਤੁਸੀਂ ਟ੍ਰੈਫਿਕ 'ਚ ਸਟਕ ਹੋ ਗਏ ਹੋ। ਤੇ ਮੇਨ ਫੰਕਸ਼ਨ ਕੀ ਆ ਵੀ, ਮਤਲਬ ਕੀ ਆ ਫੰਕਸ਼ਨ ਦਾ ਗੱਡੀ 'ਚ ਹੁੰਦਾ ਵੀ ਤੁਸੀਂ ਤੇਲ ਥੋੜ੍ਹਾ ਜਿਹਾ ਸੇਵ ਕਰ ਸਕਦੇ ਹੋ, ਨਹੀਂ ਤਾਂ ਇੰਜਨ ਚੱਲਦਾ ਰਹਿੰਦਾ ਗਾ ਜੇ ਨਾ ਬੰਦ ਹੋਵੇ ਇੰਜਨ। ਅਗਰ ਤੁਸੀਂ ਥੱਲੇ ਜਾਂਦੇ ਹੋ ਤਾਂ ਤੁਹਾਡੀ ਈ ਬ੍ਰੇਕ ਹੈ, ਇਲੈਕਟ੍ਰੋਨਿਕ ਬ੍ਰੇਕਾਂ ਆ ਗਈਆਂ, ਗੱਡੀ ਆਟੋਮੈਟਿਕ ਆ, ਪਾਰਕਿੰਗ, ਰਿਵਰਸ ਗੀਅਰ, ਆਰ ਰੇਸਿੰਗ ਮੋਡ ਨਹੀਂ, ਆਰ ਰਿਵਰਸ ਗੀਅਰ, ਇਹ ਨਿਊਟਰਲ, ਤੇ ਆਲ ਦਾ ਵੇ ਸਟ੍ਰੇਟ ਡਾਊਨ ਹੈਗਾ ਇਹ ਆਟੋਮੈਟਿਕ ਮੋਡ। ਮੈਂ ਤੁਹਾਨੂੰ ਦਿਖਾਉਣਾ,
ਹੈਗਾ ਡਰਾਈਵਿੰਗ ਆਟੋਮੈਟਿਕ। ਜੇ ਤੁਸੀਂ ਇੱਧਰ ਨੂੰ ਸ਼ਿਫਟ ਕਰੋ ਤਾਂ ਮੈਨੂਅਲ ਮੋਡ ਚਲੀ ਜਾਂਦੀ ਆ। ਸੋ ਮੈਨੂਅਲ ਮੋਡ 'ਚ ਜਾਣ ਲਈ ਫਿਰ ਆਪਣੇ ਕੋਲ ਪੈਡਲ ਸ਼ਿਫਟਰ ਨੇ ਪਲੱਸ ਅਤੇ ਮਾਈਨਸ। ਇੱਧਰ ਕੀ ਆ ਫਿਰ ਆਪਾਂ ਨੂੰ ਗੀਅਰ 1 2 ਹੈ ਨਾ ਇੱਦਾਂ ਆ ਜਾਂਦੇ ਨੇ। 8 ਗੇਅਰ ਨੇ ਇਹਦੇ ਵਿੱਚ ਜੇ ਆਪਾਂ ਮੈਨੂਅਲ ਮੋਡ ਚਲਾਉਣੀ ਆ। ਫਿਰ ਆਪਾਂ ਈ ਬ੍ਰੇਕ ਔਨ ਕਰਨੀ ਆ। ਸੋ ਬੇਸਿਕਲੀ ਇਹਨੂੰ ਲਿਫਟ ਅਪ ਕਰਾਂਗੇ। ਸੋ ਪਾਰਕਿੰਗ ਬ੍ਰੇਕ ਔਨ ਹੋ ਗਈ, ਇੱਧਰੋਂ ਸਾਈਨ ਵੀ ਔਨ ਹੋ ਗਿਆ। ਹੁਣ ਆਪਾਂ ਗੱਡੀ ਦੇ ਉੱਪਰ ਨਿਗਾਹ ਮਾਰੀਏ ਮਿਰਰ 'ਤੇ। ਸੋ ਬੇਸਿਕਲੀ ਇਹ ਮਿਰਰ ਆ ਜਿਹੜਾ ਆਟੋ ਡਿਮਿੰਗ ਮਿਰਰ ਆ। ਇਹ 'ਤੇ ਕੰਪਸ ਵੀ ਲੱਗੀ ਆ। ਆਹ ਜਿਹੜੇ ਬਟਨ ਨੇ ਐਕਚੁਅਲੀ ਦਿਖਦੇ ਨਹੀਂ ਇਹ 'ਚ, ਮੇਰੇ ਖਿਆਲ 'ਚ ਦਿਖ ਰਹੇ ਨੇ। ਪੀ ਸੈਟ ਫੋਕਸ ਥੱਲੇ ਦੇ ਬਟਨ ਹੈਗੇ ਐਕਚੁਅਲੀ, ਲੈਟਸ ਸੀ ਨਹੀਂ ਦਿਖ ਰਹੇ ਹੈ ਨਾ। ਚਲੋ ਕੋਈ ਨਹੀਂ। ਮੈਂ ਥੱਲੇ ਇਹ ਦੇ ਨਾ ਦੰਦ ਜਿਹਾ 1 2 3 ਇਹ ਹੈਗੇ ਆ ਗਰਾਜ ਓਪਨਰ ਨੇ। ਹੁਣ ਬਾਹਰਲੇ ਇੱਧਰ ਕੀ ਹੈ, ਘਰਾਂ ਦੇ ਵਿੱਚ ਗਰਾਜ ਹੁੰਦੇ ਆ, ਗਰਾਜ ਆਪਾਂ ਅਟੈਚ ਕਰ ਸਕਦੇ ਹਾਂ ਤਾਂ ਗਰਾਜ ਆਟੋਮੈਟਿਕਲੀ ਖੁੱਲ੍ਹ ਜਾਂਦਾ। ਹੁਣ ਆਪਾਂ ਅੱਗੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਛੱਤ 'ਤੇ ਇੱਥੇ ਰੂਫ 'ਤੇ ਕਿਹੜੇ ਕਿਹੜੇ ਬਟਨ ਇੱਥੇ ਲੱਗੇ ਆ। ਕਲੀਅਰ ਨਹੀਂ ਆ ਰਹੀ ਪਿਕਚਰ ਪਰ ਐਕਚੁਅਲੀ ਦਿਸ ਮਚ ਬੈਟਰ। ਸੋ ਛੱਤ 'ਤੇ ਮੇਨਲੀ SOS ਅਤੇ ਬਲੂ ਬਟਨ ਆ ਜਿਹੜਾ ਹੈ ਨਾ, ਇਹ ਐਮਰਜੈਂਸੀ ਸਰਵਿਸ ਵਾਸਤੇ ਆ। SOS ਇਹ ਜਦੋਂ ਤੁਹਾਡਾ ਐਕਸੀਡੈਂਟ ਹੋ ਜਾਂਦਾ, ਤੁਸੀਂ ਬੇਹੋਸ਼ ਹੋ ਜਾਂਦੇ ਹੋ ਹੈ ਨਾ, ਤਾਂ ਆਪਣੇ ਆਪ ਗੱਡੀ 'ਚ ਕਾਲ ਹੁੰਦੀ ਹੈ 911, ਉਹ ਫਿਰ ਤੁਹਾਨੂੰ ਐਂਬੂਲੈਂਸ ਭੇਜਦੇ ਆ। ਬਲੂ ਬਟਨ ਜਿਹੜਾ ਇਹ ਹੈਗਾ ਕੰਸੀਲਡ ਸਰਵਿਸ ਆ, ਜਿਹੜੀ ਰੈਗੂਲਰ ਤੁਹਾਨੂੰ ਰੋਡ ਸਾਈਡ ਸਰਵਿਸ ਭੇਜਦੀ ਹੈ। ਕੋਈ ਟਾਇਰ ਪੰਕਚਰ ਹੋ ਗਿਆ ਤੁਹਾਡਾ ਜਾਂ ਗੈਸ ਮੁੱਕ ਗਈ ਗੱਡੀ ਦੇ ਵਿੱਚ ਜਾਂ ਕੋਈ ਹੋਰ ਮਕੈਨੀਕਲ ਇਸ਼ੂ ਹੋ ਗਿਆ ਗੱਡੀ ਨੂੰ ਹੈ ਨਾ, ਟੋ ਕਰਨ ਦੀ ਲੋੜ ਆ, ਤਾਂ ਉਹ ਫੰਕਸ਼ਨ ਦੇ ਲਈ ਸਹੂਲਤ ਗੱਡੀ ਦੇ ਵਿੱਚ ਹੈਗੀ ਹੈ। ਗੱਡੀ ਦੇ ਮੈਂ ਕੋਈ ਬਾਹਲੇ ਫੰਕਸ਼ਨ ਤਾਂ ਕੰਪੇਅਰ ਨਹੀਂ ਕਰੂੰਗਾ, ਬਸ ਇਹੀ ਦਿਖਾਉਣਾ ਵੀ ਕੈਨੇਡੀਅਨ ਇਨਵਾਇਰਮੈਂਟ ਦੇ ਵਿੱਚ ਇਹ ਗੱਡੀ ਫਿੱਟ ਕਿਵੇਂ ਹੁੰਦੀ ਆ। ਜਿਵੇਂ ਕਿ ਮੈਂ ਦੱਸ ਕੇ ਹਟਿਆ, ਗੱਡੀ ਦੇ ਵਿੱਚ ਹੀਟਡ ਸੀਟਾਂ ਵੀ ਲੱਗੀਆਂ, ਪਰ ਉਸ ਤੋਂ ਇਲਾਵਾ ਗੱਡੀ 'ਚ ਹੀਟਡ ਸਟੀਅਰਿੰਗ ਵੀਲ ਵੀ ਹੈਗਾ। ਆ ਦੇਖੋ ਆ ਜਾਂ ਬਟਨ ਨਾ, ਇਹ ਹੀਟਡ ਸਟੀਅਰਿੰਗ ਵੀਲ ਦਾ ਬਟਨ ਆ। ਸੋ ਇਹਨੂੰ ਆਪਣੇ ਵੱਲ ਖਿੱਚੋ, ਸਟੀਅਰਿੰਗ ਵੀਲ ਗਰਮ ਹੋ ਜਾਂਦਾ। ਸਟੀਅਰਿੰਗ ਵੀਲ ਗਰਮ ਕਿੰਨਾ ਕੁ ਹੁੰਦਾ, ਸਿਰਫ ਆਹ ਸਾਈਡਾਂ ਗਰਮ ਹੁੰਦੀਆਂ ਇਹਦੀਆਂ, ਇੱਧਰੋਂ ਟਾਪ ਨਹੀਂ ਹੁੰਦਾ, ਕਿਉਂਕਿ ਆਪਾਂ ਸਟੀਅਰਿੰਗ ਵੀਲ ਹਮੇਸ਼ਾ ਸਾਈਡਾਂ ਤੋਂ ਹੀ ਫੜਨਾ ਹੁੰਦਾ ਨਾ ਇੱਥੋਂ, ਤਾਂ ਕਰਕੇ। ਸੋ ਇਸ ਤੋਂ ਇਲਾਵਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਗੱਡੀ ਦੇ ਵਿੱਚ USB ਕੇਬਲ ਵੀ ਹੈਗੀ ਆ, ਆਕਸੀਲਰੀ ਵਾਇਰ ਵੀ ਹੈਗੀ ਆ, ਅਤੇ ਇਸ ਤੋਂ ਇਲਾਵਾ ਫ਼ੋਨ ਨੂੰ ਚਾਰਜ ਕਰਨ ਦੇ ਲਈ ਵਾਇਰਲੈਸ ਚਾਰਜਰ ਵੀ ਗੱਡੀ ਦੇ ਵਿੱਚ ਲੱਗਿਆ ਗਾ। ਉਹ ਇੱਥੇ ਪਿਆ ਦੇਖੋ, ਆ ਪਿਆ। ਇਹ ਵਾਇਰਲੈਸ ਚਾਰਜਰ ਆ, ਇਹ 'ਤੇ ਫ਼ੋਨ ਰੱਖਾਂਗੇ ਤਾਂ ਫ਼ੋਨ ਚਾਰਜ ਹੋਊਗਾ ਆਪਣੇ ਆਪ। ਕੋਈ ਤੁਹਾਨੂੰ ਤਾਰ ਦੀ ਲੋੜ ਨਹੀਂ, ਕੋਈ ਕੁਛ ਨਹੀਂ, ਫ਼ੋਨ ਰੱਖੋ ਅਤੇ ਚਾਰਜ, ਦੈਟਸ ਇਟ। ਸੋ ਹੁਣ ਇੱਥੇ ਸਾਰੀਆਂ ਗੱਡੀਆਂ ਦੇ ਵਿੱਚ ਏਅਰ ਬੈਗ ਆਉਂਦੇ ਨੇ, ਕੋਈ ਇਹੋ ਜਿਹੀ ਗੱਡੀ ਨਹੀਂ ਜਿਸ 'ਚ ਏਅਰ ਬੈਗ ਨਾ ਹੋਵੇ। ਸੋ ਜਿਹੜੀ ਗੱਡੀ 'ਚ ਹੁਣ ਮੈਂ ਬੈਠਾਂਗਾ ਇਹ 'ਚ 12 ਏਅਰ ਬੈਗ ਨੇ, ਅਤੇ ਨੋਰਮਲੀ 7 ਜਾਂ 8 ਏਅਰ ਬੈਗ ਤਾਂ ਹੁੰਦੇ ਹੀ ਹੁੰਦੇ ਆ, ਪਰ ਇਹਦੇ ਵਿੱਚ 12 ਏਅਰ ਬੈਗ ਨੇ। ਸੋ ਬੇਸਿਕਲੀ 2 ਤਾਂ ਫਰੰਟ ਵਾਲੇ ਨੇ ਪੈਸੇਂਜਰ ਅਤੇ ਡਰਾਈਵਰ ਦੇ, ਅਤੇ ਥੱਲੇ ਮੂਹਰਲੀਆਂ ਸੀਟਾਂ 'ਚ ਨੀ ਏਅਰ ਬੈਗ ਵੀ ਲੱਗੇ ਹੋਏ ਦੋਨਾਂ ਪਾਸੇ, ਸਾਈਡ ਸ਼ੋਲਡਰ ਏਅਰ ਬੈਗ ਵੀ ਲੱਗੇ ਨੇ, ਅਤੇ ਪਿੱਛੇ ਤੱਕ ਆਪਾਂ ਸਾਈਡ ਕਰਟਨ ਏਅਰ ਬੈਗ ਵੀ ਲੱਗੇ ਨੇ। ਟੋਟਲ 12 ਏਅਰ ਬੈਗ ਨੇ ਇਹਦੇ ਵਿੱਚ। ਅਤੇ ਹੁਣ ਇਸ ਗੱਡੀ ਦੇ ਵਿੱਚ ਸਾਊਂਡ ਸਿਸਟਮ ਦੀ ਗੱਲ ਕਰੀਏ ਤਾਂ ਸਾਊਂਡ ਸਿਸਟਮ ਉਹ ਲੱਗਿਆ, ਜਿਹੜੀ ਬ੍ਰੈਂਡ ਹੈਗੀ ਆ ਹਰਮਨ ਕਾਰਡਨ ਦੀ ਬ੍ਰੈਂਡ ਆ। ਸੋ 472 ਵਾਟ ਦਾ ਸਾਊਂਡ ਸਿਸਟਮ ਹੈ ਇਹਦੇ ਵਿੱਚ। ਕੋਈ ਐਂਪਲੀਫਾਇਰ ਨਹੀਂ, ਇਹ ਜੋ ਸਪੀਕਰ ਨੇ ਉਹ ਇੱਕ ਛੋਟੇ ਛੋਟੇ ਮਿਨੀ ਸਬਵੂਫਰ ਦੀ ਤਰ੍ਹਾਂ ਹੀ ਨੇ, ਅਤੇ ਫੈਕਟਰੀ ਵੱਲੋਂ ਬਿਲਟ ਇਨ ਸਾਊਂਡ ਸਿਸਟਮ। ਤੁਹਾਨੂੰ ਥੋੜ੍ਹਾ ਵਜਾ ਕੇ ਦਿਖਾ ਦਈਏ, ਲੈਟਸ ਸੀ radio XM so basically I'm gonna play any tune here. ਸੋ ਇਸ ਤੋਂ ਇਲਾਵਾ ਨਾ ਤੁਸੀਂ ਇਹਦੇ ਵਿੱਚ ਫੰਕਸ਼ਨ ਆ ਜਿਹੜੇ ਤੁਸੀਂ ਆਪਣੀ ਬੇਸ, ਜਿਨ੍ਹਾਂ ਨੂੰ ਬੇਸ ਦੇ ਸ਼ੌਕੀਨ ਹੈ, ਜਿਵੇਂ ਕਿ ਪੰਜਾਬੀ ਲੋਕ ਹੁੰਦੇ ਆ ਹੈ ਨਾ, ਉਹ ਤੁਸੀਂ ਐਡਜਸਟ ਕਰ ਸਕਦੇ ਹੋ। ਐਕੁਅਲਾਈਜ਼ਰਸ ਤੋਂ ਬੇਸਿਕਲੀ ਮੇਰੀ ਸੈਟਿੰਗ ਹੁੰਦੀ ਆ ਦੋਨੋਂ ਸਾਈਡਾਂ ਵਾਲੇ ਬਿਲਕੁਲ ਟੌਪ 'ਤੇ ਛੱਡਣੇ ਆ, ਠੀਕ ਹੈ, ਅਤੇ ਮਿਡਲ ਵਾਲਾ ਮਿਡਲ ਦੇ ਵਿੱਚ ਥੱਲੇ ਜੇ ਲਾਈਨ ਦੇ ਬਰਾਬਰ। ਸੋ ਇਹ ਬੇਸਿਕਲੀ ਮੇਰੀ ਸੈਟਿੰਗ ਆ, ਅਤੇ ਹੁਣ ਆਪਾਂ ਟਿਊਨ ਕਰਦੇ ਹਾਂ ਆਪਾਂ। ਸੋ ਸਾਊਂਡ ਸਿਸਟਮ ਵੀ ਕਾਫੀ ਤਗੜਾ ਗਿਆ ਇਹਦੇ ਵਿੱਚ। ਸੋ
ਤੁਹਾਨੂੰ ਵੈਸੇ ਇਹ ਸਾਊਂਡ ਸਿਸਟਮ ਲੈਣ ਤੋਂ ਬਾਅਦ ਤੁਹਾਨੂੰ ਆਫਟਰ ਮਾਰਕੀਟ ਸਬਵੂਫਰ ਜਾਂ ਕੁਛ ਵੀ ਐਂਪ ਰਖਾਉਣ ਦੀ ਲੋੜ ਨਹੀਂ ਹੈ। ਕਾਫੀ ਵਧੀਆ ਸਾਊਂਡ ਸਿਸਟਮ ਆ। ਅਤੇ ਇਸ ਤੋਂ ਇਲਾਵਾ ਤੁਸੀਂ ਇਹ 'ਚ ਦੇਖਦੇ ਹੋ, ਮੈਂ ਦਿਖਾਉਂਦਾ ਤੁਹਾਨੂੰ। ਹੁਣ ਸਾਊਂਡ ਸਿਸਟਮ ਤੁਸੀਂ ਸਾਈਡ ਬਾਈ ਸਾਈਡ ਵੀ ਐਡਜਸਟ ਕਰ ਸਕਦੇ, ਜਿਵੇਂ ਬੈਲੈਂਸ ਐਂਡ ਫੇਡਰ ਹੈ ਨਾ। ਅਤੇ ਇੱਥੇ ਆਹ ਸੀਟਾਂ ਨੇ, ਆਹ ਪਿਛਲੀਆਂ ਸੀਟਾਂ ਨੇ, ਆਹ ਮੂਹਰਲੀਆਂ ਸੀਟਾਂ ਨੇ, ਅਤੇ ਆਹ ਡਾਟ ਆ ਜਿਹੜਾ ਇਹਨੂੰ ਆਪਾਂ ਵਿਚਾਲੇ ਲੈ ਕੇ ਜਾਂਦੇ ਹਾਂ। ਸੋ ਇਹ ਬੇਸਿਕਲੀ ਹੋਊਗਾ ਰੀਸੈਟ। ਹਾਂ, ਸੋ ਬਲੂ ਡਾਟ ਵਿਚਾਲੇ ਆ ਗਿਆ। ਸੋ ਹੁਣ ਚਾਰੇ ਸਪੀਕਰਾਂ ਦੇ ਵਿੱਚ ਹੈ ਨਾ, ਅੱਗੇ ਪਿੱਛੇ ਵੈਸੇ ਸਪੀਕਰ ਤਾਂ ਇਹ 'ਚ ਲੱਗੇ ਨੇ 6 ਸਪੀਕਰ ਨੇ ਇਹਦੇ ਵਿੱਚ, ਅਤੇ ਆਵਾਜ਼ ਸਾਰਿਆਂ 'ਚ ਇਕੁਅਲ ਆ ਰਹੀ ਆ। ਸੋ ਆਪਾਂ ਅਗਰ ਡਾਟ ਨੂੰ ਪਿੱਛੇ ਲੈ ਗਏ, ਹੁਣ ਸਾਰੀ ਦੀ ਸਾਰੀ ਆਵਾਜ਼ ਪਿਛਲੇ ਜਿਹੜੇ 3 ਸਪੀਕਰ ਆ ਉਹਨਾਂ 'ਚ ਹੀ ਆ ਰਹੀ ਆ, ਮੂਹਰਲਿਆਂ 'ਚ ਆਵਾਜ਼ ਨਹੀਂ ਹੈ। ਹੁਣ ਇਸੇ ਤਰ੍ਹਾਂ ਹੀ ਆਪਾਂ ਸਾਊਂਡ ਨੂੰ ਸਾਈਡਾਂ 'ਤੇ ਵੀ ਲਿਜਾ ਸਕਦੇ ਹਾਂ, ਵੀ ਇੱਧਰ ਹੁਣ ਸਾਈਡਾਂ ਵਾਲੇ ਸਪੀਕਰ 'ਤੇ ਚਲੀ ਗਈ, ਹੁਣ ਫਰੰਟ ਵਾਲਿਆਂ 'ਤੇ ਲੈ ਆਈ। ਹਾਂ, ਵਧੀਆ ਚੀਜ਼ ਇਹ ਹੈ ਵੀ ਸਿਰਫ ਹੁਣ ਡਰਾਈਵਰ ਸਾਈਡ ਵਾਲੇ ਸਪੀਕਰ 'ਚ ਆਵਾਜ਼ ਆ ਰਹੀ ਹੈ। ਜੇ ਹੁਣ ਵਿਚਾਲੇ ਕਰਾਂਗੇ, ਹੁਣ ਦੋਨੇ ਫਰੰਟ ਵਾਲੇ ਸਪੀਕਰਾਂ 'ਚ ਆਵਾਜ਼ ਆ ਰਹੀ ਹੈ। ਸੋ ਇਹ ਸੀ ਸਾਰਾ ਕੁਛ ਫਰੰਟ ਸੀਟਾਂ ਦੇ ਵਿੱਚ ਹੈ ਨਾ। ਅਤੇ ਹੁਣ ਆਪਾਂ ਚੱਲਦੇ ਹਾਂ ਪਿਛਲੀਆਂ ਸੀਟਾਂ ਦੇ ਵਿੱਚ। ਸੋ ਪਿਛਲੀ ਸੀਟਾਂ ਦੇ ਡੋਰ ਪੈਨਲ ਥੋੜ੍ਹੇ ਸਿੰਪਲ ਨੇ ਪਰ ਪਾਵਰ ਨੇ। ਸੋ ਬੇਸਿਕਲੀ ਪਿੱਛੇ ਜਿਹੜਾ ਹੈਗਾ ਵੇਖਣ ਨੂੰ ਪੈਸੰਜਰ ਨੂੰ ਜਾਂ ਫੰਕਸ਼ਨ ਕੀ ਹੈ। ਸੋ 2 에ਅਰ ਵੈਂਟ ਨੇ ਹੈ ਨਾ ਪਿਛਲੀਆਂ ਸੀਟਾਂ ਦੇ, ਹੀਟਰ ਸੀਟਾਂ ਵੀ ਨੇ ਪਿੱਛੇ, ਆਏਗਾ USB ਪੋਰਟ ਵੀ ਹੈਗੇ ਆ। ਸੋ ਅਦਰਵਾਈਜ਼ ਸੀਟਾਂ ਦੇ ਪਿੱਛੇ ਪਾਕਟ ਨੇ, ਇਹ ਤਾਂ ਜਸਟ ਨੋਰਮਲ ਹੀ, ਕੋਈ ਖਾਸ ਨਹੀਂ ਹੈ। ਆਰਮ ਰੈਸਟਰ ਵੀ ਨਿਕਲਦਾ ਇੱਦਾਂ ਦਾ ਟੂ ਦਾ, ਹੈ ਨਾ। ਐਲਬੋ ਰੈਸਟ ਬੋਲ ਦਿੰਦੇ ਜਾਂ ਕੱਪ ਹੋਲਡਰ ਬੋਲ ਦਿੰਦੇ ਆ, ਇਹ ਹੈਗਾ ਇਹਦੇ ਵਿੱਚ। ਗੱਡੀ ਦਾ ਜਿਹੜਾ ਹੁਣ ਤੁਹਾਨੂੰ ਦੇਖੋ, ਗੱਡੀ ਦਾ ਫਰੰਟ ਇੱਦਾਂ ਦਾ ਕਾਫੀ ਨਾਈਸਲੀ ਲੇਆਊਟ ਕੀਤਾ ਵਾ ਸਾਰਾ ਕੁਛ। ਸੋ ਚਲੋ ਹੁਣ ਤੁਹਾਨੂੰ ਦਿਖਾਉਂਦੇ ਹਾਂ ਵੀ ਗੱਡੀ ਦੇ ਅੰਡਰ ਦਾ ਹੁੱਡ ਹੈ ਨਾ ਕਿਹੜਾ ਇੰਜਨ ਆ, ਜਾਂ ਆਪਣੇ ਇੰਡੀਆ ਕਹਿ ਦਿੰਦੇ ਬੋਨਟ ਹੈ ਨਾ, ਬੋਨਟ ਦੇ ਥੱਲੇ ਕਿਹੜਾ ਇੰਜਨ ਰੱਖਿਆ। ਸੋ ਬੇਸਿਕਲੀ ਬਾਹਰ ਗੱਡੀ 'ਚ ਆਇਆ ਤਾਂ ਨਾ ਖੜਕਾ ਬਹੁਤ ਹੋ ਰਿਹਾ, ਆਵਾਜ਼ ਪਤਾ ਨਹੀਂ ਤੁਹਾਨੂੰ ਸੁਣਦੀ ਪਤਾ ਨਹੀਂ। ਸੋ ਗੱਡੀ ਦਾ ਆਪਾਂ ਬੋਨਟ ਖੋਲ੍ਹ ਲਿਆ, ਹੁੱਡ ਜਿਹਨੂੰ ਬੋਲਦੇ ਆ। ਸੋ ਬੇਸਿਕਲੀ ਇਹ ਗੱਡੀ ਦੇ ਵਿੱਚ 2.4 ਟਰਬੋ ਹੀਟਰ ਇੰਜਨ ਆ, ਜਿਹਨੂੰ ਕਿ ਆਪਾਂ ਪੰਜਾਬੀ 'ਚ ਇੰਡੀਆ ਜਿਵੇਂ ਕਹਿੰਦੇ ਹਾਂ 2400 cc ਇੰਜਨ ਪਰ ਟਰਬੋ ਕਿਟ। ਇਹ ਗੱਡੀ ਦਾ ਆਇਲ ਫਿਲਟਰ, ਬੈਟਰੀ, ਫਿਊਜ਼ ਬਾਕਸ, ਬ੍ਰੇਕ ਫਲੂਇਡ ਔਰ ਯੈਲੋ ਕੈਪ ਵਾਲਾ ਇੰਟਰਕੂਲਰ ਟਰਬੋ ਕਿਟ ਲਈ। 에ਅਰ ਫਿਲਟਰ ਇੱਥੇ ਆ। ਗੱਡੀ ਦਾ ਇੱਕ ਖਾਸ ਫੰਕਸ਼ਨ ਬਾਹਰੋਂ ਇਹ ਹੈ ਵੀ ਜਿਹੜਾ ਇਹਦੀ ਟੇਲ ਗੇਟ ਆ ਨਾ, ਆਹ ਪਿੱਛੋਂ ਡੋਰ ਖੁੱਲ੍ਹਦਾ, ਇੱਥੇ ਸੈਂਸਰ ਲੱਗਿਆ ਹੋਇਆ। ਇਹ ਜਦੋਂ ਮੈਂ ਇਹਦੇ ਕੋਲ ਹੱਥ ਕਰੂੰਗਾ ਖੁੱਲ੍ਹ ਜੂਗਾ, ਦੇਖੋ ਖੁੱਲ੍ਹ ਗਿਆ ਆਪਣੇ ਆਪ, ਦੇਖਿਆ। ਬੰਦ ਕਰ ਦਿਖਾ ਦਈਏ, ਬੰਦ ਕਰਨ ਦੇ ਜੇ ਬਟਨ ਲੱਗੇ ਨੇ, ਇਹ 2 ਨੇ। ਆਹ ਦੱਬਾਂਗੇ ਤਾਂ ਕੱਲਾ ਬੰਦ ਹੋਊਗਾ, ਆਹ ਦੱਬਾਂਗੇ ਬੰਦ ਨਹੀਂ ਹੋਊਗਾ, ਅਤੇ ਗੱਡੀ ਲੌਕ ਨਹੀਂ ਹੋਊਗੀ। ਆਪਾਂ ਲੌਕ ਵੀ ਕਰਤੀ। ਸੋ ਇਹ ਸੀ ਵੀਡੀਓ ਅੱਜ ਦੀ ਮੇਰੀ। ਬਾਹਰ ਖੜਕਾ ਕਾਫੀ ਹੁੰਦਾ, ਗੱਡੀ ਦੇ ਫੰਕਸ਼ਨ ਹੋਰ ਵੀ ਸੀ ਦੱਸਣ ਵਾਲੇ, ਪਰ ਕਾਫੀ ਜ਼ਿਆਦਾ ਡਿਸਟਰਬੈਂਸ ਹੈ ਇੱਥੇ ਬਾਹਰ। ਸਾਰੀ ਨਵੀਂ ਬਣਦੀ ਹੈ ਡੀਲਰਸ਼ਿਪ, ਆਹ ਕੰਸਟਰਕਸ਼ਨ ਚੱਲਦੀ ਹੈ ਸਾਰੀ। ਵੱਡੀਆਂ ਵੱਡੀਆਂ ਮਸ਼ੀਨਾਂ ਇੱਥੇ ਹਿੱਲ ਹੁੰਦੀ ਸੀ, ਥੋੜ੍ਹੀ ਛੋਟੀ ਜਿਹੀ ਪਹਾੜੀ ਹੈ ਨਾ, ਉਹ ਕੱਟ ਕੇ ਇਹਨਾਂ ਨੇ ਹੁਣ ਇੱਥੇ ਬਿਲਡਿੰਗ ਬਣਾਉਣੀ ਆ। ਚਲੋ ਓਕੇ ਜੀ, ਫਿਰ ਬਾਏ ਬਾਏ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।